ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਅਹਿਮ ਸ਼ਖਸੀਅਤ ਪ੍ਰੋਫੈਸਰ ਮਹਿੰਦਰਪਾਲ ਸਿੰਘ। ਮਹਿੰਦਰਪਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਲੋਕਰਾਣ ਤੇ। ਬਹੁਤ ਸ਼ੁਕਰੀਆ ਜੀ ਭੰਗੂ ਸਾਹਿਬ ਜੀ। ਦੋਸਤੋ, ਅੱਜ ਅਸੀਂ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਧਰਾਤਲ ਦੇ ਉੱਤੋਂ ਸਿੱਖ ਪੋਲਿਟਿਕਸ ਆਖਰ ਮਨਫੀ ਕਿਉਂ ਹੋ ਗਈ। ਜੋ ਸਿੱਖ ਜਥੇਬੰਦੀਆਂ ਜੋ ਵੋਟ ਦੀ ਪੋਲਿਟਿਕਸ ਕਰਦੀਆਂ ਨੇ, ਉਹਨਾਂ ਦੇ ਉੱਤੋਂ ਜੋ ਪੰਥਕ ਵੋਟ ਬੈਂਕ ਸੀ ਉਹਨਾਂ ਦਾ ਵਿਸ਼ਵਾਸ ਆਖਰ ਕਿਉਂ ਨਹੀਂ ਰਿਹਾ। 2022 ਦੀਆਂ ਚੋਣਾਂ ਦੇ ਵਿੱਚ ਉਲਾਰ ਹੋ ਕੇ ਵੋਟ ਬਦਲਾਅ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚਲੀ ਗਈ। ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਮੇਨ ਸਟ੍ਰੀਮ ਪੋਲਿਟਿਕਸ ਕਰਦੀ ਹੈ, 16 ਸੀਟਾਂ ਤੇ ਆ ਗਏ ਸੀ 2017 ਦੇ ਵਿੱਚ, 2017 ਦੇ ਵਿੱਚ, ਤੇ ਹੁਣ 16 ਤੋਂ ਘਟ ਕੇ 3 ਸੀਟਾਂ ਤੇ ਆ ਗਏ। ਮਾਝਾ, ਮਾਲਵਾ, ਦੁਆਬਾ 3 ਸੀਟਾਂ ਉਹਨਾਂ ਨੂੰ ਬੰਗਾਂ ਦੀ, ਮਨਪ੍ਰੀਤ ਯਾਲੀ ਦੀ ਲੁਧਿਆਣਾ ਦੀ ਸੀਟ ਤੇ ਇੱਕ ਗਨੀਵ ਕੌਰ ਮਜੀਠੀਆ ਦੀ ਅੰਮ੍ਰਿਤਸਰ ਵਾਲੀ ਸੀਟ ਉਹਨਾਂ ਨੂੰ ਪ੍ਰਾਪਤ ਹੋਈ। ਮਾਲਵਾ ਦੇ ਵਿੱਚ ਖਾਸ ਆਧਾਰ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ। ਆਖਰ ਮਾਲਵਾ ਹੱਥਾਂ ਦੇ ਵਿੱਚੋਂ ਖੁੱਸ ਕਿਉਂ ਗਿਆ? ਪੰਥਕ ਵੋਟ ਬੈਂਕ ਦਾ ਵਿਸ਼ਵਾਸ ਕਿਉਂ ਨਹੀਂ ਪਾਰਟੀ ਦੇ ਉੱਤੇ ਰਿਹਾ? ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਸਿੱਖਾਂ ਦੀ ਨੁਮਾਇੰਦਾ ਜਥੇਬੰਦੀਆਂ ਜਾਂ ਸਿੱਖ ਪੋਲਿਟਿਕਸ ਦੇ ਵਿੱਚ ਇਹ ਖੜਦੀਆਂ ਨੇ ਮੇਨ ਸਟ੍ਰੀਮ ਦੇ ਵਿੱਚ ਜਾ ਕੇ, ਤੇ ਲੋਕਾਂ ਦਾ ਵਿਸ਼ਵਾਸ ਕਿਉਂ ਨਹੀਂ ਰਿਹਾ, ਇਸ ਦੇ ਮਸਲੇ ਤੇ ਗੱਲਬਾਤ ਕਰਾਂਗੇ। ਕਿਉਂਕਿ ਪ੍ਰੋਫੈਸਰ ਮਹਿੰਦਰਪਾਲ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਜੁੜੇ ਹੋਏ ਨੇ, ਵਾਹਦ ਕੱਦਾਵਰ ਆਗੂ ਨੇ। ਦੂਜੀ ਗੱਲ, ਕਿਸਾਨੀ ਵੋਟ ਬੈਂਕ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਸਿੱਖ ਪੋਲਿਟਿਕਸ ਦੇ ਨਾਲ ਨਾਲ ਕਿਸਾਨੀ ਪੋਲਿਟਿਕਸ ਵੀ ਹੈ। ਵੋਟ ਉਹੀ ਹੈ, ਰੂਪ ਦੋ ਜ਼ਰੂਰ ਹੋ ਸਕਦੇ ਨੇ। ਕਿਸਾਨੀ ਵੋਟ ਬੈਂਕ ਆਖਰ ਕਿਉਂ ਖੁੱਸ ਗਈ ਇਹਨਾਂ ਸਿੱਖ ਪਾਰਟੀਆਂ ਤੋਂ? ਅੱਜ ਵੀ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਕਿਸਾਨਾਂ ਦਾ, BBMP ਦੇ ਮਾਮਲੇ ਦੇ, MSP ਦੇ ਮਾਮਲੇ ਤੇ। ਉਹ ਕੇਂਦਰ ਨੂੰ ਸਖਤ ਹਦਾਇਤਾਂ ਕਰਨਾ ਚਾਹੁੰਦੇ ਨੇ ਕਿ ਤੁਸੀਂ ਜੋ ਕੇਂਦਰੀਕਰਨ ਕਰਨ ਤੇ ਲੱਗੇ ਹੋਏ ਹੋ ਸਟੇਟ ਦੀਆਂ ਪਾਵਰਾਂ ਦਾ, ਇਹ ਠੀਕ ਨਹੀਂ ਹੈਗਾ, ਸੰਵਿਧਾਨ ਦੇ ਇਹ ਉਲਟ ਹੈ, ਤੇ ਕਿਤੇ ਨਾ ਕਿਤੇ ਇਹ ਫੈਡਰਲਿਜ਼ਮ ਤੇ ਹਮਲਾ। ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਲਗਾਤਾਰ ਉਹ ਵੀ ਆਪਣੇ ਉਹਨਾਂ ਨੇ ਇੱਕ ਕਹਿ ਸਕਦੇ ਆਪਾਂ ਕੋਰ ਕਮੇਟੀ ਟਾਈਪ ਗਠਨ ਕੀਤਾ, ਇੱਕ 12-13 ਮੈਂਬਰਾਂ ਦਾ, ਜੋ ਪਿੰਡ ਪਿੰਡ ਜਾਣਗੇ, ਸੂਬਾ ਪੱਧਰ ਤੇ ਗੱਲਬਾਤ ਕਰਨਗੇ, ਹਲਕਿਆਂ ਤੇ ਗੱਲਬਾਤ ਕਰਨਗੇ ਕਿ ਆਖਰ ਘਾਟ ਕਿੱਥੇ ਰਹਿ ਗਈ। ਤਾਂ ਜੋ ਅਸੀਂ ਉਹ ਜੋ ਮੈਂ ਗੱਲ ਕਹਿਣਾ ਕਿ ਸਿੱਖ ਪੋਲਿਟਿਕਸ ਦੇ ਸਿੱਖ ਵੋਟ ਉਲਟ ਹੋ ਗਈ। ਉਹਨਾਂ ਨੇ ਕਮੇਟੀ ਬਣਾਈ, ਉਸ ਕਮੇਟੀ ਦੇ ਵਿੱਚੋਂ ਉਹ ਜ਼ਰੂਰ ਉਹ ਬੰਦਿਆਂ ਦੇ ਨਾਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ। ਦੇਖਦੇ ਹਾਂ ਕਿ ਨਤੀਜਾ ਆਉਣ ਵਾਲੇ ਦਿਨਾਂ ਵਿੱਚ ਕੀ ਹੋਊਗਾ। ਪਰ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਨੀਵੇਂ ਪੱਧਰ ਤੇ ਚਲੇ ਜਾਣਾ ਸਿੱਖਾਂ ਦੇ ਲਈ ਘਾਤਕ ਹੈ। ਸਾਰੀਆਂ ਗੱਲਾਂ ਜ਼ਰੂਰ ਅਸੀਂ ਕਰਾਂਗੇ ਕਿਉਂਕਿ ਸਿੱਖ ਚਿੰਤਕ ਵੀ ਨੇ ਨਾਲ ਇੱਕ ਰਾਜਨੀਤਿਕ ਦੇ ਪ੍ਰੋਫੈਸਰ ਸਾਹਿਬ ਆਖਰ ਕਾਰਨ ਕੀ ਬਣੇ ਕਿ ਪੰਜਾਬ ਦੇ ਧਰਾਤਲ ਦੇ ਉੱਤੋਂ ਸਿੱਖ ਜੋ ਪੋਲਿਟਿਕਸ ਸੀ ਜਾਂ ਜੋ ਸਿੱਖ ਵੋਟ ਬੈਂਕ ਸੀ, ਜੋ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਬਾਦਲ, ਲੋਕਾਂ ਦਾ ਉਸ ਪੱਧਰ ਦਾ ਵਿਸ਼ਵਾਸ ਕਿਉਂ ਨਹੀਂ ਰਿਹਾ, ਕਿਉਂ ਫੁੱਸ ਗਿਆ ਵੋਟ ਬੈਂਕ? ਹਾਂਜੀ ਭੰਗੂ ਸਾਹਿਬ, ਜਿਹੜਾ ਤੁਸੀਂ 2-3 ਸਵਾਲ ਬਹੁਤ ਇੰਪੋਰਟੈਂਟ ਕੀਤੇ ਨੇ, ਉਹਦੇ ਚੋਂ ਪਹਿਲਾ ਜਿਹੜਾ ਸਭ ਤੋਂ ਮਹੱਤਵਪੂਰਨ ਮਤਲਬ ਕਿ ਸਵਾਲ ਹੈ ਉਹ ਇਸ ਖਿੱਤੇ ਦੀ ਪੋਲਿਟਿਕਸ ਦਾ ਹੈ। ਇਸ ਖਿੱਤੇ ਦੀ ਪੋਲਿਟਿਕਸ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੇ ਦੁਆਲੇ ਘੁੰਮਦੀ ਰਹੀ ਹੈ। ਚਾਹੇ ਉਹ 47 ਤੋਂ ਪਹਿਲਾਂ ਦੇਖ ਲਈਏ ਆਪਾਂ, ਜਾਂ 47 ਤੋਂ ਬਾਅਦ ਦੇਖ ਲਈਏ ਜਿਹੜਾ ਨਵਾਂ ਬਣਿਆ ਪੰਜਾਬ, ਜਾਂ 66 ਤੋਂ ਬਾਅਦ ਜਿਹੜਾ ਫਿਰ ਦੁਬਾਰਾ ਨਵਾਂ ਬਣਿਆ ਪੰਜਾਬ। ਇਹਨਾਂ ਸਾਰਿਆਂ ਹੀ ਸੈਗਮੈਂਟਸ ਦੇ ਵਿੱਚ ਇਹੀ ਜਿਹੜੀ ਪੋਲਿਟਿਕਸ ਹੈ ਉਹੀ ਡੋਮੀਨੇਟ ਕਰਦੀ ਰਹੀ ਹੈ। ਪਰ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅੱਜ ਅਸੀਂ ਅਸੈਂਬਲੀ ਨੂੰ ਦੇਖੀਏ ਤਾਂ ਅਸੈਂਬਲੀ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਜਾਂ ਸ਼ਖਸੀਅਤ ਅੱਜ ਮੈਨੂੰ ਕੋਈ ਵੀ ਨਹੀਂ ਦਿਸਦੀ। ਜਮਾਤ ਦੇ ਤੌਰ ਤੇ ਬਾਦਲ ਅਕਾਲੀ ਦਲ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ 1920 'ਚ ਬਣਿਆ ਸੀ, ਦਾਅਵਾ ਕਰਦਾ ਹੈ ਕਿ ਉਹ ਉਹਦੇ ਵਾਰਸ ਨੇ ਜਾਂ ਉਹਦੀ ਅਗੇਤੀ ਜਿਹੜੀ ਅਗਲੀ ਲੀਡਰਸ਼ਿਪ ਉਹਨਾਂ ਕੋਲ ਹੈ। ਪਰ ਉਹਨਾਂ ਕੋਲ ਵੀ ਹੁਣ ਜਿਹੜੀ ਹੈ ਕੋਈ ਸਿੱਖ ਸ਼ਖਸੀਅਤ ਨਹੀਂ ਰਹੀ। ਸੋ ਇਹਦਾ ਜਵਾਬ ਮੈਂ ਇਸ ਤਰ੍ਹਾਂ ਦਿੰਦਾ ਕਿ ਜਿਹੜੀ ਸਿੱਖ ਪੋਲਿਟਿਕਸ ਹੈ, ਸਿੱਖ ਫਿਲਾਸਫੀ ਦੇ ਨਾਲ ਚੱਲਦੀ ਹੈ, ਉਹਦਾ ਮੇਨ ਜਿਹੜਾ ਵੋਟ ਬੈਂਕ ਕਹਿ ਲਓ ਜਾਂ ਉਹਦਾ ਸਾਰਾ ਕੁਝ ਹੀ ਹੈ, ਉਹ ਸੰਗਤ ਦੇ ਦੁਆਲੇ ਘੁੰਮਦਾ ਹੈ। ਉਹ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਦੀ ਹੈ। ਜੇ ਤੁਸੀਂ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਕ ਚੱਲੋਗੇ, ਕੋਈ ਵੀ ਪੋਲਿਟਿਕਸ ਇੱਥੋਂ ਦੀ, ਉਹ ਹੀ ਇਸ ਖਿੱਤੇ ਦੀ ਪੋਲਿਟਿਕਸ ਹੋਣ ਦਾ ਜਾਂ ਉਹਦੀ ਸਰਦਾਰੀ ਕਰਨ ਦਾ ਮਾਣ ਲੈ ਸਕਦੀ ਹੈ। ਪਰ ਕਿਉਂਕਿ ਕੋਈ ਵੀ ਪੋਲਿਟਿਕਸ ਜਿਹੜੀ ਪਿੱਛੋਂ ਬਹੁਤ ਭਰਵੇਂ ਤਰੀਕੇ ਦੇ ਨਾਲ ਆ ਰਹੀ ਹੋਵੇ, ਉਹਨੂੰ ਖਤਮ ਹੁੰਦਿਆਂ ਵੀ ਕੁਝ ਨਾ ਕੁਝ ਟਾਈਮ ਲੱਗਦਾ ਹੈ। ਤੇ ਆਹ ਜਿਹੜੀਆਂ 2022 ਦੀਆਂ ਚੋਣਾਂ ਹੋਈਆਂ ਨੇ, ਇਹਨਾਂ ਨੇ ਰਿਜ਼ਲਟ ਕੱਢੇ ਨੇ ਕਿ ਵਾਕਈ ਗਲਤੀਆਂ ਕਰਕੇ
ਜਿਹੜੀ ਇਸ ਖਿੱਤੇ ਦੀ ਪੋਲਿਟਿਕਸ ਹੈ ਇਹ ਸਿੱਖ ਪੋਲਿਟਿਕਸ ਨਾ ਕਹਾ ਕੇ ਕੇਵਲ ਤੇ ਕੇਵਲ ਇਸ ਜਗ੍ਹਾ ਦੀ ਪੋਲਿਟਿਕਸ ਰਹਿ ਗਈ ਹੈ। ਉਹਦਾ ਕਾਰਨ ਮੈਂ ਇਹ ਮੰਨਦਾ ਕਿ 47 ਤੋਂ ਬਾਅਦ ਜਿਵੇਂ ਜਿਵੇਂ ਸਮਾਂ ਬੀਤਿਆ, ਜਦੋਂ ਉਹੀ ਗੱਲ ਮੈਂ ਦੁਬਾਰਾ ਕਹਾਂਗਾ ਕਿ ਸੰਗਤ ਤੋਂ ਹਟ ਕੇ ਜਿਉਂ-ਜਿਉਂ ਧਿਆਨ ਜਿਹੜਾ ਹੈ ਉਹ ਸ਼ਖਸੀਅਤਾਂ ਦੁਆਲੇ ਜਾਂ ਪਰਿਵਾਰ ਦੁਆਲੇ ਜਾਂ ਕੁਝ ਇੱਕ ਮੈਂਬਰਾਂ ਦੁਆਲੇ ਘੁੰਮਣ ਲੱਗ ਗਿਆ, ਜਿਹਦੇ ਵਿੱਚ ਬਹੁਤਾ ਧਿਆਨ ਇਸ ਗੱਲ ਦਾ ਰੱਖਿਆ ਗਿਆ ਕਿ ਇਹਨਾਂ ਕੁਝ ਕੁ ਸ਼ਖਸੀਅਤਾਂ ਨੂੰ, ਇਹਨਾਂ ਕੁਝ ਕੁ ਮੈਂਬਰਾਂ ਨੂੰ ਜਾਂ ਪ੍ਰਧਾਨਾਂ ਨੂੰ ਹੀ ਫਾਇਦੇ ਪਹੁੰਚਣ, ਸੰਗਤ ਤੋਂ ਫਾਇਦੇ ਖੋਹ ਕੇ ਉਹ ਸ਼ਖਸੀਅਤਾਂ ਦੇ ਦਿੱਤੇ ਗਏ। ਜਿਸ ਤਰ੍ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਹੈ। ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਚੀਫ ਮਿਨਿਸਟਰ ਰਹੇ ਨੇ ਤੇ ਉਹ ਸਿੱਖ ਪੋਲਿਟਿਕਸ, ਅਕਾਲੀ ਪੋਲਿਟਿਕਸ ਦੇ ਸਿਰ ਤੇ ਹੀ ਰਹੇ ਨੇ। ਚਾਹੇ ਉਹਨਾਂ ਦਾ ਸਮਝੌਤਾ ਹੋਇਆ 78 'ਚ ਵੀ ਸਮਝੌਤਾ ਸੀ, ਉਹ ਭਾਰਤੀ ਜਨਤਾ ਉਹ ਜਨਤਾ ਪਾਰਟੀ ਨਾਲ ਸੀ, ਸਿਰਫ ਜਨਤਾ ਪਾਰਟੀ ਨਾਲ ਸੀ। ਉਸ ਤੋਂ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ ਇਸ ਖਿੱਤੇ ਦੀ ਪੋਲਿਟਿਕਸ ਦੇ ਵਿੱਚ ਆਈ ਜਾਂ ਇਸ ਸੀਨ ਤੇ ਆਈ ਇਸ ਦੇਸ਼ ਦੇ, ਤਾਂ ਇਹਨਾਂ ਨੇ ਆਪਣਾ ਰਿਸ਼ਤਾ ਉਹਦੇ ਨਾਲ ਜੋੜਿਆ। ਰਿਸ਼ਤਾ ਜੋੜਨ ਦੇ ਨਾਲ ਨਾਲ ਆਪਣੇ ਹਿੱਤ ਵੀ ਉਹਨਾਂ ਦੇ ਅਧੀਨ ਕਰ ਦਿੱਤੇ। ਇਹ ਜਿਹੜਾ ਵੱਡਾ ਨੁਕਸਾਨ ਹੋਇਆ, ਜਿਹੜਾ ਇੱਕਦਮ ਤਾਂ ਆਵਾਮ ਨਹੀਂ ਸਮਝ ਸਕਿਆ, ਉਹਨਾਂ ਨੂੰ ਫਿਰ ਭੁਲੇਖਾ ਰਿਹਾ ਕਿ ਸ਼ਾਇਦ ਇਹ ਹਜੇ ਵੀ ਸਾਡੀ ਨੁਮਾਇੰਦਗੀ ਕਰ ਸਕਦੇ ਨੇ। ਉਹਦੇ ਕਰਕੇ ਅਗਲੀਆਂ ਚੋਣਾਂ 'ਚ ਤੇ ਦੂਜਾ ਜਿਹੜਾ ਇਸ ਖਿੱਤੇ ਦੇ ਵਿੱਚੋਂ ਕਾਂਗਰਸ ਵੀ ਅੱਜ ਹਾਸ਼ੀਏ ਤੇ ਚਲੀ ਗਈ। ਉਹਦੇ ਵਿੱਚ ਵੀ ਜਿਹੜੇ ਸ਼ਖਸੀਅਤਾਂ ਦੇ ਦੁਆਲੇ ਪੋਲਿਟਿਕਸ ਘੁੰਮ ਰਹੀ ਸੀ, ਹੋਇਆ ਇਹ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਬਾਦਲ ਨੇ ਸਿੱਖ ਪੋਲਿਟਿਕਸ ਨੂੰ ਆਪਣੇ ਪਰਿਵਾਰ ਦੁਆਲੇ ਘੁਮਾਤਾ। ਅੱਜ ਜੇ ਦੇਖਿਆ ਜਾਵੇ ਪਾਰਟੀ ਦਾ ਸਰਪ੍ਰਸਤ ਵੀ ਪ੍ਰਕਾਸ਼ ਸਿੰਘ ਹੈ, ਪ੍ਰਧਾਨ ਵੀ ਉਹਨਾਂ ਦਾ ਬੇਟਾ ਹੈ। ਜਦੋਂ ਉਹ ਰਾਜ ਕਰਦੇ ਸੀ ਚੀਫ ਮਿਨਿਸਟਰ ਵੀ ਉਹ ਆਪ ਸੀ ਤੇ ਗ੍ਰਹਿ ਮੰਤਰੀ ਵੀ ਉਹਨਾਂ ਦਾ ਬੇਟਾ ਸੀ। ਸੋ ਉਹਨਾਂ ਦੇ ਦੁਆਲੇ ਹੀ ਸਾਰੀ ਪੋਲਿਟਿਕਸ ਘੁੰਮਦੀ ਰਹੀ ਹੈ। ਇਹ ਮੇਨ ਕਾਰਨ ਹੋਇਆ ਹੈ ਇਹਨਾਂ ਦੋਹਾਂ ਪਾਰਟੀਆਂ ਦਾ ਇੱਥੋਂ ਜਾਣ ਦਾ। ਇੱਕ ਤਾਂ ਇਹ ਕਿ ਪਰਿਵਾਰਾਂ ਦੁਆਲੇ ਪੋਲਿਟਿਕਸ, ਇੱਕ ਆਪਸ ਵਿੱਚ ਸਾਂਝ ਕਰਕੇ ਵੀ ਤੂੰ ਤੇ ਮੈਂ ਦੋਨੋਂ ਹੀ ਫਾਇਦਾ ਲਵਾਂਗੇ। 5-5 ਸਾਲ ਦਾ ਹੋ ਸਕਦਾ ਆਪਾਂ ਨੂੰ ਇੱਕ ਨੂੰ ਰਾਜ ਕਰਨਾ ਪਵੇ, ਪਰ ਅਸੀਂ ਦੋਨੋਂ ਹੀ ਪੋਲਿਟਿਕਸ ਤੋਂ ਬਾਹਰ ਨਹੀਂ ਹੋਵਾਂਗੇ। ਇਸ ਸੋਚ ਦੇ ਦੁਆਲੇ ਆ ਪਿਛਲੇ 40 ਸਾਲ ਘੁੰਮੇ ਨੇ। ਅਮਰਿੰਦਰ ਸਿੰਘ 84 ਦੇ ਘੱਲੂਘਾਰੇ ਤੇ ਦਿੱਲੀ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਇੱਕ ਪ੍ਰਟੈਂਡਿੰਗ ਪੋਲਿਟਿਕਸ ਕੀਤੀ ਉਹਨੇ ਵੀ ਮੈਨੂੰ ਵੀ ਬਹੁਤ ਦੁੱਖ ਹੋਇਆ ਇੱਕ ਸਿੱਖ ਹੋਣ ਦੇ ਨਾਤੇ। ਪਰ ਉਹ ਕਿਵੇਂ ਅਕਾਲੀਆਂ 'ਚ ਆ ਗਿਆ, ਸਿੱਖ ਪੋਲਿਟਿਕਸ 'ਚ ਆ ਗਿਆ ਤੇ ਕਿਵੇਂ ਵਾਪਸ ਫਿਰ ਉਸੇ ਕਾਂਗਰਸ ਚਲਾ ਗਿਆ। ਉਸ ਤੋਂ ਬਾਅਦ ਜਿੰਨੇ ਵੀ ਚੋਣਾਂ ਹੋਈਆਂ ਨੇ, ਉਸ ਚੋਣਾਂ ਦੇ ਰਿਜ਼ਲਟ ਦੱਸਦੇ ਨੇ ਜਾਂ ਅਮਰਿੰਦਰ ਸਿੰਘ ਤੇ ਉਹਦਾ ਪਰਿਵਾਰ ਜਾਂ ਪ੍ਰਕਾਸ਼ ਸਿੰਘ ਤੇ ਉਹਦਾ ਪਰਿਵਾਰ, ਇਹੀ ਦੋਹਾਂ ਧਿਰਾਂ ਦੇ ਉੱਤੇ ਡੋਮੀਨੇਟ ਕਰਦੇ ਰਹੇ ਨੇ। ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ, ਮੈਂ ਇਸ ਸਵਾਲ ਦਾ ਜਵਾਬ ਇੱਥੇ ਖਤਮ ਕਰਦਾ ਕਿ ਜਦੋਂ ਲੋਕਾਂ ਨੂੰ ਦਿਸਿਆ ਕਿ ਆਹ ਜਿਹੜੇ ਸਾਨੂੰ ਬਾਰ-ਬਾਰ ਧੋਖਾ ਦੇ ਕੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕਰ ਰਹੇ, ਨਾ ਖਿੱਤੇ ਦੀ ਨਾ ਇੰਡੀਵਿਜੂਅਲਸ ਦੀ, ਤਾਂ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਉਹਦਾ ਬਦਲ ਸਮਝ ਕੇ, ਇਹਨਾਂ ਦੋਹਾਂ ਦਾ ਬਦਲ ਸਮਝ ਕੇ ਉਹਨਾਂ ਨੇ ਉਹਨੂੰ ਵੋਟਾਂ ਪਾਈਆਂ ਨੇ। ਇਸ ਕਾਰਨ ਕਰਕੇ ਜਿਹੜਾ ਤੁਹਾਡਾ ਸਵਾਲ ਹੈ ਕਿ ਇਸ ਖਿੱਤੇ ਵਿੱਚੋਂ ਸਿੱਖ ਪੋਲਿਟਿਕਸ ਜਿਹੜੀ ਹੈ ਉਹਨੂੰ ਮਾਈਨਸ ਕਰਨ ਦੇ ਜ਼ਿੰਮੇਵਾਰ ਜਿਹੜੇ ਨੇ ਉਹ ਬਾਦਲ ਪਰਿਵਾਰ ਹੈ, ਅਮਰਿੰਦਰ ਪਰਿਵਾਰ ਹੈ। ਪਰ ਦੂਜੇ ਪਾਸੇ ਮੇਰੇ ਤੇ ਵੀ ਇਹ ਸਵਾਲ ਆਉਂਦਾ ਹੈ ਕਿ ਜਿਸ ਧਿਰ ਵਿੱਚ ਮੈਂ ਸਰਗਰਮ ਹਾਂ ਉਹਦਾ ਨਾਮ ਵੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ। ਬੇਸ਼ੱਕ ਇਹਦਾ ਇਤਿਹਾਸਕ ਅੱਡ ਹੈ ਕਿ ਕਿਵੇਂ ਇਹ ਬਣੀ ਪਾਰਟੀ, ਕਿਵੇਂ ਦੁਬਾਰਾ ਰੀਕਨਸਟਰਕਟ ਹੋਈ 1994 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ। ਪਰ ਇਹ ਗੱਲ ਮੈਂ ਇੱਥੇ ਸਵੀਕਾਰ ਕਰਦਾ ਕਿ ਅਸੀਂ ਲੋਕਾਂ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾ ਸਕਦੇ। ਜੇ ਤੁਸੀਂ ਇਹਦੇ ਕਾਰਨ ਪੁੱਛੋਗੇ ਮੈਂ ਡਿਟੇਲ 'ਚ ਦੱਸ ਸਕਦਾ ਕਿ ਜਿਵੇਂ ਜਿਵੇਂ ਇਹ ਦੋ ਪਰਿਵਾਰਾਂ ਨੇ, ਅਮਰਿੰਦਰ ਪਰਿਵਾਰ ਤੇ ਬਾਦਲ ਪਰਿਵਾਰ ਨੇ ਇਸ ਖਿੱਤੇ ਵਿੱਚ ਪੋਲਿਟਿਕਸ ਨੂੰ ਘੁਮਾਇਆ, ਉਹਦੇ ਵਿੱਚ ਨਸ਼ਾ, ਪੈਸਾ ਤੇ ਕਰਪਸ਼ਨ ਇਹ ਭਾਰੂ ਹੋ ਗਿਆ ਸੀ। ਉਸ ਦੇ ਭਾਰੂ ਹੋਣ ਦੇ ਨਾਲ ਇਹਦੇ 'ਚੋਂ ਸਾਨੂੰ ਮਾਈਨਸ ਕਰਨ ਵਿੱਚ ਇਹਨਾਂ ਦਾ ਬਹੁਤ ਜ਼ੋਰ ਲੱਗਿਆ। ਈਵਨ ਸੈਂਟਰਲ ਏਜੰਸੀਜ਼ ਦਾ ਵੀ
ਚਾਹੇ ਉਹ ਬੀਜੇਪੀ ਰਾਹੀਂ ਹੋਣ। ਜੇਕਰ ਮੈਂ ਆਹ ਗੱਲ ਕਰਾਂ ਕਿ ਤੁਹਾਡਾ ਪ੍ਰਚਾਰ ਫਿਰ ਉਸ ਲੈਵਲ ਦਾ ਕਿਉਂ ਨਹੀਂ ਰਿਹਾ, ਕਿਉਂਕਿ ਤੁਹਾਡੇ ਕੋਲ ਰਿਸੋਰਸ ਦੀ ਕਮੀ ਸੀ? ਮੈਂ ਇਹੀ ਤਾਂ ਕਹਿਣਾ ਕਿ ਅੱਜ ਪ੍ਰਚਾਰ ਦਾ ਜਿਹੜਾ ਮੂੰਹ ਮਹਾਂਦਰਾ ਬਣਾ ਦਿੱਤਾ ਗਿਆ ਹੈ, ਉਹਦੇ ਵਿੱਚ ਸਾਨੂੰ ਵੀ ਕੰਪੀਟ ਕਰਨ ਲਈ ਉਹਨਾਂ ਸਾਧਨਾਂ ਦੇ ਵਿੱਚ ਆਉਣਾ ਪੈਂਦਾ, ਪਰ ਸਾਡੇ ਕੋਲ ਉਹਨਾਂ ਸਰਮਾਇਆ ਨਹੀਂ ਹੋ ਸਕਦਾ, ਕਿਉਂਕਿ ਅੱਜ ਸਰਮਾਇਆ ਰਾਜ ਕਰਕੇ, ਰਾਜ ਦੇ ਕਾਰਨ ਨਸ਼ਾ ਵੇਚ ਕੇ, ਤੇ ਰਾਜ ਦੇ ਕਾਰਨ ਹੀ ਜਿਵੇਂ ਕਿ ਸ਼ਰਾਬ ਦਾ ਠੇਕੇ ਕਿਹਨੂੰ ਦੇਣੇ ਨੇ, ਕਿਉਂ ਦੇਣੇ ਨੇ, ਉਹਨਾਂ ਤੋਂ ਕੀ ਲੈਣਾ ਹੈ, ਜਾਂ ਰੇਤਾ ਬਜਰੀ ਕਿਹਨੂੰ ਦੇਣੀ ਹੈ, ਇੱਦਾਂ ਦੀਆਂ ਹੋਰ ਜਿਹੜੇ ਸੋਰਸਿਸ ਗਵਰਨਮੈਂਟ ਦੇ ਨੇ, ਸਰਕਾਰ ਦੇ ਨੇ, ਲੋਕਾਂ ਦੇ ਨੇ, ਉਹਨਾਂ ਨੂੰ ਪਰਿਵਾਰਾਂ ਤੱਕ ਸੀਮਿਤ ਰੱਖ ਕੇ ਫਿਰ ਕਰੋੜਾਂ ਰੁਪਈਆ ਇਲੈਕਸ਼ਨ ਦੇ ਵਿੱਚ ਖਰਚ ਕਰਨਾ, ਪ੍ਰਚਾਰ ਮਾਧਮਾਂ 'ਤੇ ਕਰਨਾ, ਖਰੀਦਣ ਵਾਸਤੇ ਕਰਨਾ, ਤੇ ਮਤਲਬ ਕਹਿਣ ਤੋਂ ਨਸ਼ੇ ਵਾਸਤੇ ਕਰਨਾ, ਇਹ ਚੀਜ਼ਾਂ ਅਸੀਂ ਨਾ ਤਾਂ ਕਰ ਸਕੇ ਸੀ, ਨਾ ਤਾਂ ਆਈਡੀਓਲੋਜੀਕਲੀ ਸਾਡੀ ਇਹਨਾਂ ਚੀਜ਼ਾਂ ਦੇ ਉੱਤੇ ਸਾਡੀ ਗੱਲ ਹੋਣੀ ਸੀ, ਕਿਉਂਕਿ ਅਸੀਂ ਇਹਦੇ ਵਿਰੁੱਧ ਹਾਂ। ਵਿਰੁੱਧ ਦਾ ਮਤਲਬ ਐਕਚੁਅਲੀ ਮੂੰਹ ਤੋਂ ਸਾਰੇ ਵਿਰੁੱਧ ਬੋਲਣਗੇ। ਕਦੇ ਅਮਰਿੰਦਰ ਨਹੀਂ ਕਹੂਗਾ ਕਿ ਮੈਂ ਨਸ਼ੇ ਵੇਚੇ ਨੇ, ਕਦੇ ਮਜੀਠੀਆ ਵੀ ਨਹੀਂ ਕਹੂਗਾ ਜਿਹੜਾ ਅੱਜ ਨਸ਼ਾ 'ਚ ਹੀ ਅੰਦਰ ਹੈ ਨਾ, ਉਹ ਵੀ ਨਹੀਂ ਕਦੇ ਕਹੂਗਾ ਕਿ ਮੈਂ ਨਸ਼ੇ ਵੇਚੇ ਨੇ, ਤੇ ਨਾ ਹੀ ਬਾਦਲ ਕਹੂਗਾ। ਕਹਿਣ ਦੀ ਨਹੀਂ, ਪਰ ਜਦੋਂ ਤੁਸੀਂ ਟਾਈਮ ਟੂ ਟਾਈਮ ਵਰਕਿੰਗ ਦੇਖਦੇ ਹੋ ਤਾਂ ਉਹਦੇ 'ਚੋਂ ਸਪਸ਼ਟ ਹੁੰਦਾ ਹੈ ਕਿ ਇਸ ਧਿਰ ਨੇ ਘੱਟੋ ਘੱਟ ਉਹਨਾਂ ਲੋਕਾਂ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਿਹੜੇ ਇਹਨਾਂ ਰਾਹੀਂ ਇਹਨਾਂ ਨੂੰ ਨਸ਼ੇ ਪਹੁੰਚਾ ਕੇ ਇਹਨਾਂ ਨੂੰ ਜਿਤਾ ਸਕਦੇ ਸੀ। ਸੋ ਇਹ ਕਈ ਕਾਰਨ ਨੇ ਜਿਨ੍ਹਾਂ ਕਰਕੇ ਅਸੀਂ ਦਿਸਦੇ ਨਹੀਂ ਸੀ। ਪਰ ਆਹ ਜਿਹੜੀਆਂ ਚੋਣਾਂ ਨੇ ਇੱਕ ਪਾਸੇ ਸਿੱਖ ਪੋਲਿਟਿਕਸ ਨੂੰ ਮਾਇਨਸ ਹੁੰਦਾ ਦਿਖਾਇਆ, ਜਿਹਦਾ ਮੈਂ ਕਾਰਨ ਦੱਸਿਆ ਕਿ ਬਾਦਲ ਪਰਿਵਾਰ ਹੈ, ਤੇ ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਉਹਦਾ ਵੋਟ ਬੈਂਕ ਵੱਢਿਆ, ਬਾਦਲ ਦਾ ਵੀ ਘਟਿਆ ਹੈ, ਕਾਂਗਰਸ ਦਾ ਵੀ ਘਟਿਆ ਹੈ, ਆਪ ਦਾ ਤਾਂ ਆਪ ਮੁਹਾਰੇ ਵਧਿਆ। ਉਹਦਾ ਕਾਰਨ ਸਪਸ਼ਟ ਹੈ ਕਿ ਤੀਜੀ ਧਿਰ ਦੇ ਤੌਰ ਤੇ ਲੋਕਾਂ ਨੇ ਦੇਖਿਆ। ਪਰ ਜੇ ਕੋਈ ਇੱਕ ਧਿਰ ਨੇ ਆਪਣੀ ਵੋਟ ਬੈਂਕ ਵਧਾਈ ਹੈ ਇਸ 22 ਦੀਆਂ ਚੋਣਾਂ ਦੇ ਵਿੱਚ, ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਜਿਨ੍ਹਾਂ ਨੇ ਆਪਣੇ 50,000 ਤੋਂ 4.5 ਲੱਖ ਤੱਕ ਆਪਣਾ ਵੋਟ ਬੈਂਕ ਲੈ ਕੇ ਗਏ। ਜੀ ਮਹਿੰਦਰਪਾਲ ਜੀ, ਜੇਕਰ ਮੈਂ ਤੁਹਾਡੇ ਕੋਲ ਇੱਕ ਹੋਰ ਗੱਲ ਸਮਝਾਂ, ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ, ਸਿੱਖ ਰਾਜਨੀਤੀ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ। ਕੀ ਸਿੱਖ ਰਾਜਨੀਤੀ ਸਿਰਫ ਵੋਟ ਬੈਂਕ ਤੱਕ ਸੀਮਤ ਹੈ, ਜਾਂ ਸਿੱਖ ਰਾਜਨੀਤੀ ਦੇ ਹੋਰ ਸਿਧਾਂਤ ਵੀ ਹੈਗੇ ਨੇ ਜੋ ਅੱਜ ਫੋਲੋ ਨਹੀਂ ਕੀਤੇ ਜਾ ਰਹੇ? ਦੇਖੋ, ਜਿਹੜੀ ਸਾਡੀ ਪੋਲਿਟਿਕਸ ਹੈ ਨਾ, ਇਹ ਸਾਡਾ ਧਾਰਮਿਕ ਇੱਕ ਮੰਨਿਆ ਹੋਇਆ ਸਿਧਾਂਤ ਹੈ ਕਿ ਅਸੀਂ ਪੋਲਿਟਿਕਸ ਤੇ ਧਰਮ ਨੂੰ ਨਾਲ ਨਾਲ ਰੱਖ ਕੇ ਚੱਲਦੇ ਹਾਂ। ਸੋ ਜਿਹੜਾ ਤੁਹਾਡਾ ਸਵਾਲ ਹੈ ਉਹ ਹੋਰ ਐਲੈਬੋਰੇਟ ਹੋ ਜਾਂਦਾ, ਵੱਡਾ ਹੋ ਜਾਂਦਾ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਮੀਰੀ ਪੀਰੀ ਭਾਵ ਸਿਆਸਤ ਤੇ ਧਰਮ ਇਕੱਠਾ ਚੱਲੂਗਾ। ਚੱਲੂਗਾ ਕਿਵੇਂ? ਜਿਹੜਾ ਸਾਡਾ ਆਪਣਾ ਸਿੱਖਾਂ ਦਾ ਸਿਧਾਂਤ ਹੈ ਉਹਦੇ ਮੁਤਾਬਕ ਜਿੱਥੇ ਕਿਤੇ ਦੋਹਾਂ 'ਚ ਕਲੈਸ਼ ਹੋਏਗਾ ਤਾਂ ਫੈਸਲਾ ਕਰੇਗਾ ਧਰਮ, ਫੈਸਲਾ ਰਾਜਨੀਤੀ ਨਹੀਂ ਕਰੂਗੀ, ਪਰ ਚੱਲਣਗੇ ਇਕੱਠੇ। ਅੱਜ ਜਿਹੜੀ ਵੈਲਫੇਅਰ ਸਟੇਟ ਦਾ ਕਨਸੈਪਟ ਹੈ, ਵੈਲਫੇਅਰ ਸਟੇਟ ਦਾ ਕਨਸੈਪਟ ਤਾਂ ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਹੀ ਵੀ ਪ੍ਰਬੰਧ ਕਰ ਲਿਆ, ਜਿਹੜਾ ਅੱਜ ਅਮਰੀਕਾ, UNO ਸਾਰੇ ਕਰਦੇ ਨੇ। ਵੈਲਫੇਅਰ ਸਟੇਟ ਦੇ ਵਿੱਚ ਬੇਸ਼ੱਕ ਮਨੁੱਖੀ ਜ਼ਿੰਦਗੀ ਦਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਰਾ ਜ਼ਿੰਮਾ ਸਰਕਾਰ ਦਾ ਹੈ, ਪਰ ਸਿੱਖ ਪੋਲਿਟਿਕਸ ਦੇ ਵਿੱਚ ਇਹ ਜ਼ਿੰਮਾ ਧਾਰਮਿਕ ਸੰਸਥਾਵਾਂ ਦਾ ਵੀ ਹੈ, ਜਿਵੇਂ ਕਿ SGPC ਹੈ। ਹੁਣ SGPC ਇੰਨੀ ਜ਼ਿਆਦਾ ਇਹਨਾਂ ਨੇ ਨੈਰੋ ਵਿਚਾਰਾਂ ਦੀ ਕਰਤੀ, ਸੌੜੇ ਵਿਚਾਰਾਂ ਦੀ ਕਰਤੀ ਕਿ ਉਹਦਾ ਫੈਸਲਾ ਵੀ ਉਹੀ ਬਾਦਲ ਪਰਿਵਾਰ ਕਰ ਰਿਹਾ ਹੈ। ਭਾਵੇਂ ਉਹ ਕਦੇ ਮੂੰਹੋਂ ਨਹੀਂ ਬੋਲਦੇ ਕਿ ਇਹ ਫੈਸਲੇ ਅਸੀਂ ਕਰਦੇ ਹਾਂ, ਪਰ ਇਹ ਤਾਂ ਕਿਹਨੂੰ ਨਹੀਂ ਪਤਾ ਕਿ ਸਿੱਖ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਲੈ ਕੇ ਸਾਰੇ ਫੈਸਲੇ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਬਾਦਲ ਪਰਿਵਾਰ ਕਰਦਾ ਹੈ। ਸੋ ਉਸੇ ਫੈਸਲੇ ਵਿੱਚੋਂ ਸਿੱਖਾਂ ਦੀਆਂ ਭਾਵਨਾਵਾਂ ਤੋਂ ਉਲਟ ਸਭ ਨੇ ਦੇਖਿਆ 2015 ਦੇ ਵਿੱਚ ਸਿੱਖ ਸੰਗਤ ਦੀਆਂ ਭਾਵਨਾਵਾਂ ਤੋਂ ਉਲਟ ਬਾਬੇ ਰਾਮ ਰਹੀਮ ਨੂੰ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਇੱਕ ਰਾਜਸੀ ਪਾਰਟੀ ਇਹ ਫੈਸਲਾ ਕਰੇ, ਉਹ ਹੋਰ ਤਰ੍ਹਾਂ ਲੱਗਦਾ ਹੈ। ਪਰ ਜਦੋਂ ਮੈਂ ਮੀਰੀ ਪੀਰੀ ਇਕੱਠੇ ਕਰਦਾ ਤੇ ਉਹਦਾ ਜਿਹੜਾ ਸਿੰਬੋਲੀਕਲ ਸਾਡਾ ਸਿਧਾਂਤਕ ਤੌਰ ਤੇ ਜਿਹੜਾ ਸਾਡਾ ਸੀਟ ਹੈ ਉਹ ਅਕਾਲ ਤਖਤ ਸਾਹਿਬ ਹੈ, ਉੱਥੋਂ ਇਹ ਫੈਸਲਾ ਕਰਵਾ ਦੇਣਾ ਉਹ ਕਿਹਨੇ ਕਰਵਾਇਆ? ਉਹ ਸ਼੍ਰੀਆਮ ਸਭ ਨੂੰ ਪਤਾ ਹੈ, ਬਾਦਲਾਂ ਨੇ ਕਰਵਾਇਆ। ਮਹਿੰਦਰਪਾਲ ਜੀ, ਇਹ ਮੇਰਾ ਸਵਾਲ ਇਸ ਕਰਕੇ ਸੀ ਨਾ, ਆਪਾਂ ਸਿੱਖ ਰਾਜਨੀਤੀ ਨੂੰ ਇੱਥੋਂ ਤੱਕ ਖਤਮ ਨਹੀਂ ਕਰ ਸਕਦੇ ਕਿ ਸਿੱਖਾਂ ਨੂੰ ਵੋਟ ਨਹੀਂ ਪਈ ਤੇ ਪੰਜਾਬ ਦੇ ਖਿੱਤੇ ਦੇ ਵਿੱਚੋਂ ਸਿੱਖ ਪੋਲਿਟਿਕਸ ਖਤਮ ਹੋ ਗਈ। ਸਿੱਖ ਪੋਲਿਟਿਕਸ ਦੇ ਸਿਧਾਂਤ ਬੜੇ ਵੱਡੇ ਨੇ, ਸਮਝ ਬੜੀ
ਵੱਡੀ ਹੈ। ਆਖਰ ਜੇਕਰ ਆਪਾਂ ਸਿੱਖ ਯੂਥ ਦੀ ਗੱਲ ਕਰੀਏ, ਉਹਨਾਂ ਨੂੰ ਇਹ ਗੱਲ ਕਦੋਂ ਤੱਕ ਤੁਸੀਂ ਪ੍ਰਚਾਰ ਦੇ ਰਾਹੀਂ ਦੱਸ ਪਾਓਗੇ ਕਿ ਜੋ ਸਾਡੀ ਸਿੱਖ ਰਾਜਨੀਤੀ ਹੈ ਇਹ ਵੋਟ ਪੱਧਰ ਤੋਂ ਵੀ ਉੱਤੇ ਦੀ ਰਾਜਨੀਤੀ ਹੈ? ਕਿਉਂਕਿ ਅੱਜ ਤਾਂ ਇੱਥੋਂ ਤੱਕ ਲੈ ਲੈਂਦੇ ਆ ਨਾ ਗੱਲ ਨੂੰ ਕਿ ਉਹ ਸਿੱਖਾਂ ਦੀ ਜਥੇਬੰਦੀ ਹੈ ਤੇ ਉਹਨੂੰ ਵੋਟ ਨਹੀਂ ਪਈ ਤੇ ਉਹ ਖਤਮ ਹੈ। ਹਾਲਾਂਕਿ ਇੱਦਾਂ ਗੱਲ ਨਹੀਂ ਹੈਗੀ ਜਦੋਂ ਆਪਾਂ ਸਿੱਖ ਪੋਲਿਟਿਕਸ ਜਾਂ ਫਿਰ ਹਿਸਟਰੀ ਦੀ ਪੋਲਿਟਿਕਸ ਦੇਖਦੇ ਹਾਂ। ਬਹੁਤ ਹੀ ਵਧੀਆ ਤੁਸੀਂ ਸਵਾਲ ਕੀਤਾ ਹੈ। ਨੌਜਵਾਨੀ, ਜਦੋਂ ਮੈਂ ਵੀ ਨੌਜਵਾਨ ਸੀ, ਛੋਟਾ ਨੌਜਵਾਨ ਸੀ, ਚੜ੍ਹਦੀ ਉਮਰ ਸੀ, 81 ਦਾ ਉਹ ਟਾਈਮ ਹੈ। 81 ਤੋਂ 84 ਤੱਕ ਜੋ ਕੁਝ ਬਦਲਾਅ ਇਸ ਖਿੱਤੇ ਦੇ ਵਿੱਚ ਆਏ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ, ਉਹਦੇ ਵਿੱਚ ਉੱਭਰੀ ਜਿਹੜੀ ਸ਼ਖਸੀਅਤ ਸੀ, ਨੌਜਵਾਨ ਸ਼ਖਸੀਅਤ, ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੀ। ਉਹਦੇ ਨਾਲ ਨੌਜਵਾਨੀ ਲੱਗ ਗਈ। ਉਹਦਾ ਜਿਹੜਾ ਵੋਟਾਂ ਦੇ ਵਿੱਚ ਦੇਖਿਆ ਗਿਆ ਰਿਜ਼ਲਟ ਉਹ 89 'ਚ ਦੇਖਿਆ ਗਿਆ। ਪਰ 32 ਸਾਲ ਸਾਨੂੰ ਇਹਦੇ ਤੇ ਇੱਕ ਕਿਸਮ ਦੀ ਤਪੱਸਿਆ ਕਰਨੀ ਪਈ ਕਿ ਅਸੀਂ ਸਿਧਾਂਤਕ ਤੌਰ ਤੇ ਸਿਰਫ ਖੜ ਸਕੇ, ਆਪਣੇ ਆਪ ਨੂੰ ਸ਼ੋਅ ਕਰ ਸਕੇ। ਪਰ 32 ਸਾਲ ਬਾਅਦ ਇੱਕ ਨੌਜਵਾਨ ਹੀ ਆਇਆ, ਦੀਪ ਸਿੱਧੂ, ਉਹੀ ਭਾਸ਼ਾ, ਉਹੀ ਅਲਫਾਜ਼, ਆਪਣੇ ਤਰੀਕੇ ਨਾਲ, ਉਹੀ ਸਿਧਾਂਤ ਨੂੰ ਆਪਣੇ ਤਰੀਕੇ ਨਾਲ ਉਹਨੇ ਸ਼ੈਲੀ ਆਪਣੀ ਵਰਤੀ। ਉਹਨੇ ਜਦੋਂ ਨੌਜਵਾਨਾਂ ਨਾਲ ਇਹ ਗੱਲਾਂ ਸਾਂਝਾ ਕੀਤੀਆਂ ਜਿਹੜੀਆਂ ਕਿ ਅਸੀਂ ਵੀ ਕਰ ਰਹੇ ਸੀ, ਅਸੀਂ ਉਹ ਪਿਛਲੀ ਪੋਲਿਟਿਕਸ ਨੂੰ। ਪਰ ਇੱਥੇ ਮੈਂ ਇਹ ਗੱਲ ਰੁਕ ਕੇ ਜ਼ਰੂਰ ਕਹਾਂਗਾ ਕਿ ਜਦੋਂ ਇਸ ਦੇਸ਼ ਦੀਆਂ ਰਾਜ ਕਰਦੀਆਂ ਏਜੰਸੀਆਂ, ਜਿਹਨੂੰ ਡੀਪ ਸਟੇਟ ਕਹਿੰਦੇ ਹਾਂ, ਜਦੋਂ ਡੀਪ ਸਟੇਟ ਦੀ ਨਿਗਾਹ ਪੰਜਾਬ ਤੇ ਪੈਂਦੀ ਹੈ ਤਾਂ ਉਹ ਦੇਖਦੀ ਹੈ ਕਿ ਇਹਦੀ ਨੌਜਵਾਨੀ ਦਾ ਹੀਰੋ ਕੌਣ ਹੈ। ਜਦੋਂ ਉਹਨੂੰ ਨੌਜਵਾਨੀ ਦਾ ਹੀਰੋ ਸਿਧਾਂਤਕ ਲੱਗਦਾ ਹੈ ਤਾਂ ਉਹ ਉਹਨੂੰ ਖਤਮ ਕਰਨ ਦੀ ਚਾਲ ਸ਼ੁਰੂ ਕਰ ਦਿੰਦੀ ਹੈ। ਜੋ ਇਹ ਮੇਰਾ ਕਹਿਣਾ ਹੈ ਕਿ 84 ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਨੌਜਵਾਨ 37 ਸਾਲ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੁਣ ਰਿਪਰੈਜ਼ੈਂਟ ਕਰੇਗਾ ਖਿੱਤੇ ਨੂੰ, ਤਾਂ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਖਤਮ ਕਰਤਾ। ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਉਹੀ ਗੱਲਾਂ ਜਿਹੜੀਆਂ ਸੰਤ ਜਰਨੈਲ ਸਿੰਘ ਨੇ ਸਿੱਖ ਆਈਡੀਓਲੋਜੀ ਚੋਂ ਉਭਾਰੀਆਂ ਸੀ, ਸਿੱਖ ਸਿਆਸਤ ਤੋਂ ਉਭਾਰੀਆਂ ਸੀ, ਸਿਆਸਤ ਤੇ ਸਿੱਖ ਸਿਆਸਤ, ਇਹ ਦੋ ਵਰਡ, ਮੈਂ ਸਿੱਖ ਸਿਆਸਤ ਦੀ ਗੱਲ ਕਰ ਰਿਹਾ ਕਿਉਂਕਿ ਤੁਹਾਡਾ ਸਵਾਲ ਹੈ। ਸਿੱਖ ਸਿਆਸਤ ਚੋਂ ਉਹੀ ਗੱਲਾਂ ਜਦੋਂ ਦੀਪ ਸਿੱਧੂ ਨੇ ਕੀਤੀਆਂ ਤੇ ਬੱਚਿਆਂ ਨੇ, ਮੁੰਡਿਆਂ, ਨੌਜਵਾਨਾਂ ਨੇ ਅਸੈਪਟ ਕਰ ਲਈਆਂ, ਤਾਂ ਫਿਰ ਉਹੀ ਗੱਲ ਹੋਈ ਕਿ ਬੇਸ਼ੱਕ ਉਹਨੂੰ ਮਾਰ ਦਿੱਤਾ ਗਿਆ, ਪਰ ਜਿਹੜਾ ਸਾਡਾ ਵੋਟ ਬੈਂਕ ਵਧਿਆ ਹੈ ਉਹਦੇ ਵਿੱਚ ਵੀ ਉਹੀ ਗੱਲ ਹੋਈ ਹੈ ਕਿ ਉਹ ਜਾਗਰਤੀ ਜਿਹੜੀ ਕਦੇ ਸੰਤ ਜਰਨੈਲ ਸਿੰਘ ਨੇ ਇੱਕ ਜਵਾਨ ਦੇ ਤੌਰ ਤੇ ਲਿਆਂਦੀ ਸੀ, ਉਹ ਦੀਪ ਸਿੱਧੂ ਰਾਹੀਂ ਦੁਬਾਰਾ ਉਹ ਜਵਾਨੀ ਜਿਹੜੀ ਹੈ ਉਹ ਆ ਗਈ, ਉਹ ਅਸੈਪਟ ਕਰ ਗਈ ਜੀ। ਤੇ ਜੇਕਰ ਆਪਾਂ ਅੱਜ ਦੇ ਸੰਦਰਭ ਦੀ ਗੱਲ ਕਰੀਏ, ਅੱਜ ਦੇ ਸੰਦਰਭ ਦੇ ਵਿੱਚ ਆਪਾਂ ਗੱਲਾਂ ਜੋੜ ਕੇ ਦੇਖੀਏ, ਜੋ ਕਿਸਾਨੀ ਵੋਟ ਬੈਂਕ ਹੈ ਜਾਂ ਜੋ ਪੰਥਕ ਵੋਟ ਬੈਂਕ ਹੈ, ਮੁੜ ਵਿਸ਼ਵਾਸ ਇਸ ਦਾ ਪੰਥਕ ਜਥੇਬੰਦੀਆਂ ਤੇ ਕਿਵੇਂ ਬਣ ਪਾਊਗਾ? ਕਿਉਂਕਿ ਦਿਨ ਬ ਦਿਨ ਵੋਟ ਬੈਂਕ ਖੁੱਸਦਾ ਜਾ ਰਿਹਾ ਹੱਥਾਂ ਦੇ ਵਿੱਚੋਂ। ਦੇਖੋ, ਤੁਸੀਂ ਕਿਸਾਨੀ ਵੋਟ ਦੀ ਗੱਲ ਕੀਤੀ ਹੈ। ਕਿਸਾਨੀ ਖਿੱਤੇ ਦੇ ਵਿੱਚ ਦੋ ਵੱਡੀਆਂ ਧਿਰਾਂ ਆਉਂਦੀਆਂ ਨੇ, ਇੱਕ ਜ਼ਿਮੀਂਦਾਰ ਧਿਰ, ਇੱਕ ਖੇਤ ਮਜ਼ਦੂਰ। ਇਹ ਦੋ ਜਿਹੜੇ ਨੇ ਇੱਕ ਦੂਜੇ ਦੇ ਪੂਰਕ ਨੇ। ਬੇਸ਼ੱਕ ਜ਼ਮੀਨ ਦੀ ਮਾਲਕੀ ਕਿਸੇ ਇੱਕ ਕੋਲ ਹੋਵੇ, ਪਰ ਉਹ ਜ਼ਮੀਨ ਦੀ ਮਾਲਕੀ ਵਾਲਾ ਦੂਜੇ ਬਿਨਾਂ ਅਧੂਰਾ ਹੈ। ਸੋ ਮੈਂ ਜਿਹੜੀ ਤੁਸੀਂ ਕਿਸਾਨੀ ਵੋਟ ਕਹਿੰਦੇ ਹੋ, ਕਿਉਂਕਿ ਵੋਟ ਤਾਂ ਮਜ਼ਦੂਰ ਨੇ ਵੀ ਪਾਉਣੀ ਹੈ, ਮਜ਼ਦੂਰ ਜ਼ਿਮੀਂਦਾਰ ਨੇ ਵੀ ਪਾਉਣੀ ਹੈ, ਜਿਹਦੀ ਜ਼ਮੀਨ ਹੈ, ਜਿਹੜੀ ਵੰਡ ਹੈ ਉਹ। ਸੋ ਇਹਨਾਂ ਦੋਹਾਂ ਦਾ ਜਿਹੜਾ ਅੱਜ ਦੇ ਟਾਈਮ ਤੇ ਫਿਰ ਦੁਬਾਰਾ ਪ੍ਰੈਜ਼ੈਂਟ ਹੋਣਾ ਕਿਸੇ ਹੋਰ ਤਰੀਕੇ ਰਾਹੀਂ, ਕਿਸੇ ਹੋਰ ਪਲੇਟਫਾਰਮ ਤੋਂ, ਉਹ ਜਿਹੜਾ ਪਲੇਟਫਾਰਮ ਹੈ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਥੋੜ੍ਹੀ ਜਿਹੀ ਅੰਗੜਾਈ ਲਿੱਤੀ ਹੈ ਦੁਨੀਆ ਦੀ ਨਿਗਾਹ 'ਚ। ਉਹ ਜਿਹੜੀ 4,50,000 ਤੋਂ 9 ਗੁਣਾ ਵੱਧ ਗਈ ਜਿਹੜੀ ਵੋਟ ਉਹਦੇ ਵਿੱਚ, ਕਿਉਂਕਿ ਜੇ ਧਰਮ ਯੁੱਧ ਮੋਰਚਾ ਲੱਗਿਆ ਤਾਂ ਵੀ ਉਹ ਕਿਸਾਨ ਸੀ, ਜਦੋਂ ਹੁਣ ਕਿਸਾਨੀ ਅੰਦੋਲਨ ਚੱਲਿਆ ਤਾਂ ਉਹ ਉਦੋਂ ਵੀ ਪੰਜਾਬ ਦਾ ਕਿਸਾਨ ਸੀ, ਤੇ ਉਹੀ ਸਿੱਖ ਹੈ, ਸਿੱਖ ਪੋਲਿਟਿਕਸ ਹੈ, ਸਿੱਖ ਸਿਆਸਤ ਹੈ। ਸੋ ਪੰਜਾਬ ਦਾ ਖਾਸ ਕਰਕੇ ਦਿਹਾਤੀ ਖੇਤਰ ਜਿਹਦੇ ਵਿੱਚ ਜ਼ਮੀਨ, ਕਿਸਾਨ ਤੇ ਕਿਸਾਨ ਮਜ਼ਦੂਰ, ਖੇਤ ਮਜ਼ਦੂਰ, ਇਹ ਤਿੰਨਾਂ ਦਾ ਇੱਕ ਕੰਬੀਨੇਸ਼ਨ ਹੈ। ਉਸੇ ਕੰਬੀਨੇਸ਼ਨ ਵਿੱਚ ਅੱਜ ਅਸੀਂ ਦਿੱਲੀ ਬੈਠੇ ਰਹੇ ਹਾਂ। ਉਹੀ ਵੋਟ ਜਿਹੜੀ ਹੈ ਅੱਜ ਪਈ ਹੈ, ਬੇਸ਼ੱਕ ਉਹਦੇ ਚੋਂ ਕਾਫੀ ਵੋਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਵੱਲ ਭੁਗਤੀ ਹੈ। ਨਹੀਂ, ਮੇਰਾ ਸਵਾਲ ਜੋ ਕਿਸਾਨੀ ਮੇਰਾ ਸਵਾਲ ਸੀ ਉਹ ਆਹੀ ਸਵਾਲ ਸੀ ਕਿ ਕਿਸਾਨੀ ਵੋਟ ਦੇ ਵਿੱਚੋਂ ਜ਼ਿਆਦਾਤਰ ਵੋਟ ਬੜੇ ਵੱਡੇ ਪੱਧਰ ਉੱਤੇ ਆਮ ਆਦਮੀ ਪਾਰਟੀ ਨੂੰ ਭੁਗਤੀ ਹੈ, ਇਸੇ ਕਰਕੇ ਹੈ ਨਾ, ਇਕੱਲੇ ਸੀਟ ਤੇ ਲੀਡ ਹੈ। ਤੇ
ਇੱਕ ਸਮਾਂ ਸੀ ਉਹ ਸਾਰਾ ਹੀ ਭਾਵੇਂ ਉਹ ਆਪਾਂ ਵੋਟ ਦੇ ਰੂਪ 'ਚ ਨਹੀਂ ਕਹਿ ਸਕਦੇ, ਉਹ ਸਾਰੀ ਲੋਕ ਸ਼ਖਸੀਅਤ ਕਿਸਾਨ ਆਗੂਆਂ ਦੇ ਨਾਲ ਸੀ। ਜਦੋਂ ਇਲੈਕਸ਼ਨ ਦੇ ਵਿੱਚ ਚੁਣਨ ਦਾ ਸਮਾਂ ਆਇਆ ਤਾਂ ਉਹਨਾਂ ਲੋਕਾਂ ਨੇ ਕਿਸਾਨ ਆਗੂ ਵੀ ਨਕਾਰਤੇ, ਉਸ ਕਿਸਾਨ ਵੋਟ ਬੈਂਕ ਨੇ। ਤਾਂ ਆਮ ਆਦਮੀ ਪਾਰਟੀ ਚੁਣੀ ਕਿ ਆਖਰ ਉਹ ਕਿਹੜੇ ਕਾਰਨ ਨੇ ਕਿ ਜਿਨ੍ਹਾਂ ਦੇ ਨਾਲ ਤੁਰੇ ਉਹ ਲੋਕ ਵੀ ਨਕਾਰਤੇ ਵੋਟਿੰਗ ਸਿਸਟਮ ਦੇ ਵਿੱਚ, ਕਿਉਂਕਿ ਵੋਟਿੰਗ ਸਿਸਟਮ ਦੇ ਵਿੱਚ ਨਕਾਰੇ ਜਾਣੇ ਸਾਰੇ ਆਗੂਆਂ ਦਾ ਤੇ ਆਮ ਆਦਮੀ ਪਾਰਟੀ ਨੂੰ ਹੁਲਾਰਾ ਮਿਲਣਾ। ਮੁੜ ਤੋਂ ਮੈਂ ਆ ਸਮਝਣਾ ਚਾਹੁੰਦਾ ਕਿ ਵੱਡੇ ਕਾਰਨ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਫਿਰ ਰੀਮੋਡੀਫਾਈ ਕਿਵੇਂ ਹੋਊਗਾ ਸਾਰਾ ਕੁਝ। ਜਿਹੜਾ ਕਿਸਾਨ ਅੰਦੋਲਨ ਚੱਲਿਆ ਨਾ ਦਿੱਲੀ ਦੇ ਬਾਰਡਰਾਂ ਤੇ ਉਹਦੇ ਵਿੱਚ ਸਭ ਨੂੰ ਇਹ ਲੱਗਿਆ ਕਿ ਕਿਸਾਨ ਜਥੇਬੰਦੀਆਂ ਇਹਨੂੰ ਲੀਡ ਕਰ ਰਹੀਆਂ ਨੇ। ਦੁਨਿਆਵੀ ਤੌਰ ਤੇ ਜਦੋਂ ਵੀ ਰਿਪੋਰਟਿੰਗ ਹੋਏਗੀ ਇਹੀ ਲਿਖਿਆ ਜਾਊਗਾ ਕਿ ਜਿਹੜਾ ਕਿਸਾਨ ਜਥੇਬੰਦੀਆਂ ਸੀ ਉਹ ਇਸ ਨੂੰ ਲੀਡ ਕਰਦੀਆਂ ਸੀ। ਉਹਨਾਂ ਨੇ ਗੱਲਬਾਤ ਕੀਤੀ ਸੈਂਟਰ ਨਾਲ ਤੇ ਆਖਰ ਇਹ ਰਿਜ਼ਲਟ ਨਿਕਲਿਆ। ਪਰ ਜਦੋਂ ਅਸੀਂ 1 ਸਾਲ ਦੀ ਕਾਰਗੁਜ਼ਾਰੀ ਦੇਖਦੇ ਹਾਂ, 1 ਸਾਲ ਦੀ ਕਾਰਗੁਜ਼ਾਰੀ ਵਿੱਚ ਜੇਕਰ ਉਹ 32 ਜਾਂ 40 ਕਿਸਾਨ ਜਥੇਬੰਦੀਆਂ ਇਹ ਲੱਗਣ ਲੱਗਾ ਸੀ ਸਭ ਨੂੰ ਕਿ ਜੇ ਉਹ ਘਰ ਚਲੀਆਂ ਵੀ ਜਾਣ ਫਿਰ ਵੀ ਉਹ ਲੋਕ ਕੌਣ ਨੇ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ, ਲੋਕ ਫਿਰ ਵੀ ਇਹ ਮੰਗਾਂ ਮਨਵਾਏ ਬਿਨਾ ਨਹੀਂ ਜਾਣਾ ਚਾਹੁੰਦੇ। ਉਹ ਜਿਹੜੇ ਲੋਕ ਸੀ, ਹੁਣ ਅਗਲਾ ਸਟੈਪ ਹੈ ਕਿ ਜਦੋਂ ਉਹੀ ਕਿਸਾਨ ਧਿਰਾਂ ਰਾਜਸੀ ਤੌਰ ਤੇ ਖੜੀਆਂ ਤਾਂ ਉਹਨਾਂ ਨੂੰ ਉਹ ਮੈਂਡੇਟ ਨਹੀਂ ਮਿਲਿਆ ਜਿਹੜਾ ਉਹਨਾਂ ਨੂੰ ਬਾਰਡਰਾਂ ਤੇ ਮਿਲਿਆ। ਉਹਦਾ ਕਾਰਨ ਇੱਕ ਤਾਂ ਸਪਸ਼ਟ ਇਹ ਸੀ ਕਿ ਉਹ ਉਸ ਰੂਪ ਦੇ ਵਿੱਚ ਇਲੈਕਸ਼ਨ ਵਿੱਚ ਨਹੀਂ ਆਈਆਂ ਜਿਸ ਏਕੇ ਦੇ ਨਾਲ ਉਹ ਬਾਰਡਰਾਂ ਤੇ ਖੜੀਆਂ ਸੀ। ਉਹ ਭੁਲੇਖਾ ਪੈ ਗਿਆ ਵੀ ਆਹ ਜਥੇਬੰਦੀਆਂ ਲੜਨੀਆਂ ਚਾਹੁੰਦੀਆਂ ਨੇ, ਆਹ ਨਹੀਂ ਲੜਨੀਆਂ ਚਾਹੁੰਦੀਆਂ। ਸੋ ਉਸ ਜਦੋਂ ਭੁਲੇਖਾ ਪੈ ਜੇ ਤਾਂ ਵੋਟਰ ਨੂੰ ਡਿਸਾਈਡ ਕਰਨਾ ਮੁਸ਼ਕਿਲ ਹੋ ਜੇ ਤਾਂ ਉਹਨੂੰ ਮੁੱਢੋਂ ਛੱਡ ਕੇ ਤੀਜੀ ਧਿਰ ਵੱਲ ਚਲਾ ਜਾਂਦਾ ਹੈ। ਤੀਜੀ ਜਾਂ ਦੂਜੀ ਧਿਰ ਜਿਹੜੀ ਵੀ ਆਪਾਂ ਅੱਜ ਆਪ ਨੂੰ ਕਹਾਂਗੇ, ਬੇਸ਼ੱਕ ਕਾਂਗਰਸ ਵੀ ਇੱਥੇ ਰਹੀ ਹੈ, ਬਾਦਲ ਦਲ ਵੀ ਰਿਹਾ ਹੈ, ਈਵਨ ਬੀਜੇਪੀ ਵੀ ਬਾਦਲ ਨਾਲ ਮਿਲ ਕੇ ਰਾਜ ਕਰਦੀ ਰਹੀ ਹੈ। ਹੁਣ ਇੱਕ ਬੀਜੇਪੀ ਦੀ ਵੀ ਨਾਰਾਜ਼ਗੀ ਸੀਗੀ, ਅੱਜ ਵੀ ਹੈਗੀ ਹੈ। ਸੋ ਇਹ ਸਾਰੇ ਫੈਕਟਰਸ ਨੇ ਦੋ ਗੱਲਾਂ ਸਾਨੂੰ ਅੱਜ ਜਿਹੜੀ ਵੋਟ ਹੋਈ ਹੈ ਉਸ ਤੋਂ ਸਪਸ਼ਟ ਕੀਤੀਆਂ ਨੇ ਕਿ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੋਟ ਬੈਂਕ ਦਾ ਵਧਣਾ ਤੇ ਇੱਕ ਇਹਨਾਂ ਦੋਹਾਂ ਨੂੰ ਜਾਂ ਤਿੰਨਾਂ ਨੂੰ ਨਕਾਰ ਕੇ ਤੇ ਕਿਸਾਨਾਂ ਦਾ ਇਕਜੁੱਟ ਨਾ ਰਹਿਣਾ। ਜੇਕਰ ਜਿਹੜੇ ਕਿਸਾਨ ਲੀਡਰ ਨਹੀਂ ਸੀ ਲੜੇ ਨਾ, ਇਲੈਕਸ਼ਨ ਨਹੀਂ ਸੀ ਲੜੇ, ਜੇ ਉਹ ਇਹਨਾਂ ਦਾ ਵਿਰੋਧ ਵੀ ਨਾ ਕਰਦੇ ਇਲੈਕਸ਼ਨ ਦਾ, ਫਿਰ ਵੀ ਹੋ ਸਕਦਾ ਇਹਨਾਂ ਨੂੰ ਵੋਟ ਜ਼ਰੂਰ ਜ਼ਿਆਦਾ ਪੈ ਜਾਂਦੀ। ਹੁਣ ਜਿਵੇਂ ਰਾਜੇਵਾਲ ਇੱਕ ਚਿਹਰਾ ਸੀ, ਔਰ ਰਾਜੇਵਾਲ ਨੂੰ ਹੀ ਹੁਣ ਗੱਲ ਉਹ ਕਰੋ ਜਿੱਥੋਂ ਰਾਜੇਵਾਲ ਸਾਹਿਬ ਖੜੇ ਸੀਗੇ ਸਮਰਾਲੇ ਤੋਂ ਸਾਡਾ ਮੁੰਡਾ ਰਿਕਾਰਡ ਤੇ ਆਪਾਂ ਦੇਖ ਸਕਦੇ ਹਾਂ ਵਰਿੰਦਰ ਸਿੰਘ ਸੇਖੋਂ ਖੜਾ ਸੀ। ਸਾਡੇ ਮੁੰਡੇ ਨੂੰ, ਸਾਡੇ ਕੈਂਡੀਡੇਟ ਨੂੰ, ਪਾਰਟੀ ਦੇ ਨੂੰ 8800 ਵੋਟ ਪੈਂਦੀ ਹੈ ਤੇ ਰਾਜੇਵਾਲ ਸਾਹਿਬ ਨੂੰ 4400 ਵੋਟ ਪੈਂਦੀ ਹੈ। ਸੋ ਉਹ ਜਿਹੜਾ ਜਵਾਬ ਮਿਲੇ ਨੇ ਉਹਦੇ ਫੈਕਟਰ ਦੋ ਚਿੱਤੀ ਤੇ ਇਹਨਾਂ ਦਾ ਉਸ ਰੂਪ ਵਿੱਚ ਨਾ ਆਉਣਾ, ਜਾਂ ਇਹ ਗੱਲ ਜਿਹੜੀ ਲੋਕਾਂ ਨੇ ਸੋਚੀ ਸੀ ਕਿ ਜੇ ਜਥੇਬੰਦੀਆਂ ਕਹਿਣ ਕਿ ਸਾਡੇ ਸਿਰ ਤੇ ਮੋਰਚਾ ਲੱਗਿਆ, ਨਹੀਂ, ਲੋਕਾਂ ਦੇ ਸਿਰ ਤੇ ਮੋਰਚਾ ਲੱਗਿਆ। ਲੋਕਾਂ ਨੂੰ ਜਦੋਂ ਭੁਲੇਖਾ ਪੈ ਗਿਆ ਉਹਨਾਂ ਨੇ ਤੀਜੀ ਧਿਰ ਨੂੰ ਇੱਕ ਮਤ ਹੋ ਕੇ ਵੋਟ ਪਾਈ ਹੈ। ਤੇ ਸਾਡਾ ਇੰਨਾ ਹੈ ਵੀ ਸਾਡੀ ਹੁਣ ਸਮਝ ਆਉਣ ਲੱਗੀ ਲੋਕਾਂ ਨੂੰ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵਧੂਗੀ। ਜੀ ਮਹਿੰਦਰਪਾਲ ਜੀ, ਮੇਰਾ ਆਖਰੀ ਸਵਾਲ, ਸਿੱਖ ਪੋਲਿਟਿਕਸ ਦੀ ਸ਼ਖਸੀਅਤਾਂ ਜਾਂ ਸਿੱਖ ਪੋਲਿਟਿਕਸ ਆਖਰ ਕਦੋਂ ਤੱਕ ਪੰਜਾਬ ਦੇ ਵਿੱਚ ਖੜੀ ਹੋ ਜੂਗੀ ਕਿ ਪੰਜਾਬ ਦੀ ਜੋ ਮੰਗਾਂ ਨੇ, ਪੰਜਾਬ ਦੇ ਜੋ ਹੱਕ ਨੇ, ਕਿਸਾਨੀ ਦੇ ਹੱਕ ਨੇ, ਕਰਜ਼ੇ ਦੇ ਹੱਕ ਨੇ, ਖੇਤੀ ਦਾ ਮਾਮਲਾ, ਹੋਰ ਪੰਜਾਬ ਸਰਹੱਦੀ ਸੂਬਾ ਤਮਾਮ ਹੱਕ ਨੇ, ਕਦੋਂ ਤੱਕ ਸਟੈਂਡ ਕਰ ਜੂਗੀ ਸਿੱਖ ਪੋਲਿਟਿਕਸ ਕਿ ਦਿੱਲੀ ਦੇ ਨਾਲ ਬੈਠ ਕੇ ਟੇਬਲ ਟਾਕ ਸਾਰੀ ਗੱਲ ਮੁਕਾਈ ਜਾ ਸਕੇ ਕਿ ਆਹ ਸਾਡੇ ਹੱਕ ਨੇ, ਤੁਸੀਂ ਇਹਨਾਂ ਦੇ ਵਿੱਚ ਦਖਲ ਨਾ ਦਿਓ, ਪੰਜਾਬ ਨੂੰ ਆਪਣੀ ਰਾਜਨੀਤੀ ਕਰਨ ਦਿਓ? ਦੇਖੋ, ਇਹਦੇ ਵਿੱਚ ਕੀ ਹੋਏਗਾ ਜੇ ਆਪਾਂ ਜਲਦੀ ਨਾਲ ਵੀ ਪੁਆਇੰਟ ਰੱਖ ਕੇ ਜਵਾਬ ਦੇਣਾ ਚਾਹੀਏ। ਇੱਕ ਤਾਂ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਮੈਂ ਕਹਾਂ ਕਿ ਰਾਤੋਂ ਰਾਤ ਸਿੱਖ ਪੋਲਿਟਿਕਸ ਜਿਹੜੀ ਹੈ ਉਹ ਕਿਸੇ ਇੱਕ ਸ਼ਖਸੀਅਤ ਦੇ ਦੁਆਲੇ ਘੁੰਮੇਗੀ, ਬੇਸ਼ੱਕ ਮੈਂ ਤਾਂ ਰਿਪਰੈਜ਼ੈਂਟ ਆਪਣੇ ਪ੍ਰਧਾਨ ਨੂੰ ਕਰਾਂਗਾ, ਸਿਮਰਨਜੀਤ ਸਿੰਘ ਮਾਨ ਨੂੰ, ਪਰ ਮੈਨੂੰ ਯਥਾਰਥ ਦਾ ਵੀ ਪਤਾ ਹੈ ਕਿ ਇਸ ਤਰ੍ਹਾਂ ਇੱਕਦਮ ਲੋਕਾਂ ਨੇ ਪਿੱਛੇ ਨਹੀਂ ਲੱਗਣਾ, ਸਾਨੂੰ ਕੁਝ ਕਰਨਾ ਪੈਣਾ। ਜਿਹੜਾ 40 ਸਾਲ ਦੇ ਵਿੱਚ ਬਾਦਲ ਪਰਿਵਾਰ ਨੇ ਤੇ ਕਾਂਗਰਸ ਨੇ ਇੱਥੇ ਲੋਕਾਂ ਦਾ ਵਿਸ਼ਵਾਸ ਖਤਮ ਕਰ ਲਿਆ ਆਪਣੇ ਆਪ ਚੋਂ, ਉਹਨੂੰ ਦੁਬਾਰਾ ਬਣਾਉਣ ਦੇ ਲਈ, ਜਿਵੇਂ ਹੁਣ ਆਮ ਆਦਮੀ ਪਾਰਟੀ ਰਾਜਸੀ ਧਿਰ ਹੈ, ਇਸ ਵਕਤ ਰਾਜ ਕਰਦੀ ਧਿਰ ਹੈ, ਉਹਨਾਂ ਦੇ ਫੈਸਲੇ ਜਿਹੜੇ ਹੋਣਗੇ ਉਹਦੇ ਤੇ ਬਾਜ਼ ਅੱਖ ਰੱਖ ਕੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇਹ ਪਾਰਟੀ ਇੱਥੇ ਰਾਜ ਕਰਦੀ ਹੈ, ਜਾਂ ਪਹਿਲੀਆਂ ਬਾਦਲ ਤੇ ਕਾਂਗਰਸ ਜਾਂ ਬੀਜੇਪੀ ਸਰਕਾਰਾਂ ਵਾਂਗ ਰਾਜ ਦੇ ਹਿੱਤਾਂ ਨੂੰ ਵੇਚ ਕੇ ਆਪਣੇ ਘਰ ਪੂਰੇ ਕਰਦੀ ਹੈ। ਇਹ ਦੋਨਾਂ ਚੀਜ਼ਾਂ ਦੇ ਵਿੱਚ ਹੋਣਾ ਕੀ ਹੈ
ਇਹ ਤਾਂ ਦੇਖੋ ਸਮਾਂ ਦੱਸੇਗਾ, 2 ਹਫ਼ਤੇ ਵਿੱਚ ਤਾਂ ਮੈਂ ਨਹੀਂ ਕਹਿ ਸਕਦਾ ਕਿ ਇਹਨੇ ਸਾਰੇ ਹਿੱਤ ਵੇਚਤੇ, ਪਰ ਇੱਕ ਜ਼ਰੂਰ ਹੈ ਕਿ ਜਿਹੜਾ ਫੈਸਲਾ ਉਹਨਾਂ ਨੂੰ ਕਰਨਾ ਪੈਣਾ ਸੀ ਸਮੇਂ ਤੇ ਕੀਤਾ ਉਹਨਾਂ ਨੇ। ਉਹ ਜਿਹੜਾ 5 ਰਾਜ ਸਭਾ ਦੀਆਂ ਸੀਟਾਂ ਦਾ ਉਹ ਉਹਨਾਂ ਨੇ ਮਤਲਬ ਕਿ ਪੰਜਾਬ ਦੇ ਹੱਕ ਦਾ ਨਹੀਂ ਲੱਗ ਰਿਹਾ ਲੋਕਾਂ ਨੂੰ, ਮੈਨੂੰ ਵੀ ਨਹੀਂ ਲੱਗ ਰਿਹਾ, ਸਾਡੀ ਧਿਰ ਨੂੰ ਵੀ ਨਹੀਂ ਲੱਗ ਰਿਹਾ। ਇਹੋ ਜਿਹੇ ਆਉਣ ਵਾਲੇ ਟਾਈਮ ਦੇ ਵਿੱਚ ਪਾਣੀਆਂ ਦਾ ਮਾਮਲਾ ਹੈ, ਬਹੁਤ ਵੱਡਾ ਮਾਮਲਾ ਹੈ। ਜਿਵੇਂ BBMP ਚੋਂ ਇਹਨਾਂ ਨੇ ਸਾਡੀ ਨੁਮਾਇੰਦਗੀ ਪੰਜਾਬ ਦੀ ਹੀ ਖਤਮ ਕਰਤੀ। ਉਹ ਇੱਕ ਵੈਸੇ ਤਾਂ ਸਾਡਾ ਪਾਣੀਆਂ ਦਾ ਹੱਕ ਮਾਰਦੇ ਆ ਰਹੇ ਸੀਗੇ ਟਾਈਮ ਟੂ ਟਾਈਮ, ਜਦੋਂ 47 ਤੋਂ ਬਾਅਦ ਜਾਂ ਖਾਸ ਕਰ 66 ਤੋਂ ਬਾਅਦ ਤੁਸੀਂ ਚੈਪਟਰਾਈਜੇਸ਼ਨ ਕਰੋਗੇ ਕਿ ਕਿੰਨਾ ਪਾਣੀ ਸਾਡਾ ਹੈ ਕਾਨੂੰਨ ਮੁਤਾਬਕ, ਕਿੰਨਾ ਸਾਨੂੰ ਮਿਲ ਰਿਹਾ ਹੈ ਪੰਜਾਬ ਨੂੰ, ਤੇ ਕਿੰਨਾ ਖੋਇਆ ਜਾ ਰਿਹਾ ਹੈ, ਕਿਹੜੇ ਕਿਹੜੇ ਵਸੀਲਿਆਂ ਰਾਹੀਂ ਖੋਇਆ ਜਾ ਰਿਹਾ ਹੈ, ਕਿਹਨੂੰ ਕਿਹਨੂੰ ਜਾ ਰਿਹਾ ਹੈ, ਇਹ ਇੱਕ ਪੂਰਾ ਵੱਡਾ ਵਿਸ਼ਲੇਸ਼ਣ ਹੈ, ਉਹ ਆਪਾਂ ਕਰਾਂਗੇ। ਪਰ ਅੱਜ ਜਿਹੜਾ BBMP ਚੋਂ ਸਾਡੀ ਨੁਮਾਇੰਦਗੀ ਖਤਮ ਕੀਤੀ ਉਹ ਰੀਸੈਂਟ ਹੈ, ਉਹ ਇਲੈਕਸ਼ਨਾਂ ਤੋਂ ਬਾਅਦ ਹੋਇਆ ਹੈ। ਸੋ ਉਹਨਾਂ ਜੀਆਂ ਗੱਲਾਂ ਤੇ ਆਪ ਕੀ ਸਟੈਂਡ ਲੈਂਦੀ ਹੈ, ਜੇ ਉਹ ਨਹੀਂ ਲੈਂਦੀ ਤਾਂ ਅਸੀਂ ਕੀ ਕਰਦੇ ਹਾਂ ਸਿੱਖ ਪੋਲਿਟਿਕਸ ਵਾਲੇ, ਇਹ ਚੀਜ਼ ਤੇ ਮਨਸਰ ਕਰੇਗੀ ਕਿ ਲੋਕਾਂ ਦਾ ਵਿਸ਼ਵਾਸ ਫਿਰ ਦੁਬਾਰਾ ਸਿੱਖ ਪੋਲਿਟਿਕਸ ਦੇ ਵਿੱਚ ਉਨਾ ਹੀ ਬਹਾਰ ਹੋ ਜਾਵੇ ਜਿੰਨਾ ਪਹਿਲਾਂ ਸੀ ਜੀ, ਤੇ ਉਹਦੇ ਨਾਲ ਹੀ ਉਹ ਧਿਰ ਅੱਗੇ ਆ ਸਕਦੀ ਹੈ। ਕੰਮ ਤੋਂ ਬਿਨਾਂ ਧਿਰਾਂ ਦਾ ਅੱਗੇ ਆਉਣਾ ਹੁਣ ਪਹਿਲਾਂ ਨਾਲੋਂ ਵੀ ਮੁਸ਼ਕਲ ਹੈ ਜੀ। ਬਿਲਕੁਲ ਮਹਿੰਦਰਪਾਲ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਨਾਲ ਅਸੀਂ ਅੱਜ ਗੱਲਬਾਤ ਕੀਤੀ ਸਿੱਖ ਪੋਲਿਟਿਕਸ ਬਾਰੇ, ਕਿ ਸਿੱਖ ਪੋਲਿਟਿਕਸ ਪੰਜਾਬ ਦੇ ਖਿੱਤੇ ਦੇ ਵਿੱਚੋਂ ਆਖਰ ਮਨਫੀ ਕਿਉਂ ਹੋ ਗਈ। ਇਸ ਗੱਲ ਦਾ ਅਸੀਂ ਤੁਹਾਡੇ ਨਾਲ ਤਹੀਆ ਕਰਦੇ ਹਾਂ ਕਿ ਸਿੱਖ ਰਾਜਨੀਤੀ ਦੇ ਜੋ ਹੋਰ ਚੈਪਟਰ ਨੇ ਮਹਿੰਦਰਪਾਲ ਜੀ ਨਾਲ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।